पंजाब दे लोग अज भी गुरु दे बेअदबी दे इंसाफ नूं उडीकदे ते जे सच पुछो मैं हमेशा सच दे पैरा दिता ते जे सच पुछो उम्मीद छड्डी बैठे। सरकार अजे तक उस रिपोर्ट ते बैठी है। मैं पूछना चाहना क्यों, वाई? सार्वजनिक करके कहा कि इन्हां दे उत्ते कॉगनिजेबल ऑफेंस बनता। कॉगनिजेबल, मैं एक वकील हाँ, कॉगनिजेबल ऑफेंस उसका मतलब कि बहुत सीरियस किस्म का दोष लगता है। समझाऊं, बहुत सीरियस किस्म का दोष लगता भी दो बंदे मर गए ते कासियां दे चारां पंजां दे गोली वजी है। रिपोर्ट टेबल की गई, सार्वजनिक होगी, जी टेबल होगी लोगों के नुमाइंदियां च आ गई। 2-2 लाख का एक बंदा नुमाइंदा है, वो सार्वजनिक होगी। रिपोर्ट पब्लिक करती। जिन्हां ते दोष लगे सी वो ते मैदान छड्ड के भज गए, विधान सभा चों ही भज गए। तुहानूं पता, पर सारी दुनिया ने देखिया, लाइव चलिया हो। पंजाब दे लोकां नूं कोई समझा दे, कोई, मैं कहना कोई समझा दे कि FIR दे विच किसी का नाम क्यों नहीं? FIR अनपछातियां क्यों? जे ना पाए तो जिन्हां ते तशद्दद हुई उन्होंने 14 बंदियां दे पाते। पंथप्रीत होनी नाले खदेड़े हो तुसीं उन्होंने, वाहिगुरू वाहिगुरू करदियां, गुरु दे इंसाफ मंगदियां, नाले उन्हां दे गोलियां भराओ, नाले उन्हां ते FIR पाओ। जे तुसीं FIR पाने हो, क्रॉस FIR पैंदी है तो दोनों पासे पैंदी है। तशद्दद करन वालियां ते पुलिस वालियां ते जुर्म करन वालियां ते कोई FIR नहीं। अनपछाते जिन्हां दे हो रही है उन्हां दे नाम लैके किसी पॉलिटिशियन दे वास्ते इस तो बड़ी सजा है कि वह घरों बाहर ना निकल सके, कंधा टप के भजे, गुरु घर जावे और गुरु घर च 30-40 हज़ार की संगत कहे मुर्दाबाद। वो किन्नियां सिट्टां बन गईयां, की सिट्टा निकलिया पंजाब दे विच? सिट दा मतलब है सिट डाउन, बह जाओ ओए चुप करके। ना काहू से दोस्ती, ना काहू से बैर। सिद्धू ने हमेशा मंगी पंजाब की खैर ते पंजाब की रूह मेरा गुरु है। साबका कैबिनेट मंत्री नवजोत सिंह सिद्धू एक बार फिर तो अपनी ही सरकार ते निशाने साधे हुए नजर आए ने। अज चंडीगढ़ विच प्रेस कॉन्फ्रेंस दौरान सिद्धू ने कैप्टन सरकार ते हमला बोलदे कहा कि सूबा सरकार ड्रग्स ते बेअदबी मामलिਆਂ 'ਚ लोकां नूं इंसाफ देण विच नाकामयाब रही है। दो वड्डे मुद्दिਆਂ ਦੇ ਉੱਤੇ ਇੱਕ ਸਰਕਾਰ ਲਾਹੀ ਗਈ ਸੀ ਤੇ ਦੂਜੀ ਸਰਕਾਰ ਬਣਾਈ ਗਈ ਸੀ। ਉਹ ਦੋ ਵੱਡੇ ਮੁੱਦੇ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਤੇ ਦੂਜਾ ਚਿੱਟਾ ਵੇਚਣ ਵਾਲਿਆਂ ਨੂੰ, ਜਿਨ੍ਹਾਂ ਸਾਡੀ ਜਵਾਨੀ ਤੇ ਕਲੰਕ ਲਾਇਆ, ਉਹਨਾਂ ਨੂੰ ਸਜ਼ਾ ਯਾਫਤਾ ਕਰਨਾ। ਅੱਜ ਵੀ ਜੇ ਤੁਸੀਂ ਗੱਲ ਪੁੱਛਣਾ ਹੋਵੇ ਨਾ ਤੇ ਉਹਨਾਂ ਤੋਂ ਪੁੱਛੋ ਜਿਨ੍ਹਾਂ ਨਾਲ ਬੇਇਨਸਾਫੀ ਹੋਈ ਹੈ। ਪੰਜਾਬ ਦੇ ਲੋਕ ਅੱਜ ਵੀ ਗੁਰੂ ਦੇ ਬੇਅਦਬੀ ਦੇ ਇਨਸਾਫ ਨੂੰ ਉਡੀਕਦੇ ਹੈ। ਤੇ ਜੇ ਸੱਚ ਪੁੱਛੋ, ਮੈਂ ਹਮੇਸ਼ਾ ਸੱਚ ਦੇ ਪੈਰਾ ਦਿਤਾ ਤੇ ਜੇ ਸੱਚ ਪੁੱਛੋ ਉਮੀਦ ਛੱਡੀ ਬੈਠੇ 6 ਸਾਲ। ਅੱਜ ਵੀ ਆਸ ਨਾਲ ਜਿਨ੍ਹਾਂ ਮੁੱਦਿਆਂ ਤੇ ਸਰਕਾਰ ਬਣਾਈ ਸੀ ਪੰਜਾਬ ਦੇ ਲੋਕਾਂ ਨੇ, ਉਹ ਸਵਾਲ ਬਣੇ ਖੜੇ ਆ ਸਾਡੇ ਮੂਹਰੇ। ਉਹ ਸਵਾਲ ਨੇ ਔਰ ਲੋਕ ਠੱਗੇ ਮਹਿਸੂਸ ਕਰਦੇ ਆ ਕਿਉਂਕਿ ਉਹਨਾਂ ਸਵਾਲਾਂ ਦੇ
और पीढ़ी उस कगार ते खड़ी करती भी लोग कहणगे डुब गई, वो डुब गई। ਉਹਨਾਂ ਨੂੰ ਸਜ਼ਾ ਯਾਫਤਾ ਕਰਨ ਲਈ ਸਰਕਾਰ ਬਣੀ। STF ਦੀ ਸਥਾਪਨਾ ਹੋਈ। ਇੱਕ ਇਮਾਨਦਾਰ ਅਫਸਰ ਨੂੰ ਬਾਹਰੋਂ ਬੁਲਾਇਆ ਗਿਆ, ਲੋਕ ਉਹਦੇ ਨਾਲ ਜੋੜੇ ਗਏ, ਅਫਸਰ ਜੋੜੇ ਗਏ, ਕਰੋੜਾਂ ਰੁਪਏ ਖਰਚੇ ਗਏ, ਲਾਅ ਐਕਸ਼ਨ ਚੱਲੀ, ਲੱਖਾਂ ਘਰ ਬਰਬਾਦ ਹੋ ਗਏ। ਕੀ ਇਹ ਮੁੱਦਾ ਇੰਨਾ ਅਹਿਮ ਨਹੀਂ ਕਿ ਤੁਸੀਂ ਉਸ ਰਿਪੋਰਟ ਨੂੰ ਪੜ੍ਹ ਸਕੋ, ਰਿਪੋਰਟ ਉੱਤੇ ਐਕਸ਼ਨ ਲੈ ਸਕੋ? ਕੀ ਇਹ ਗੱਲ ਕੋਈ ਮੰਨ ਲੂ? ਇਹ ਕਿਸੇ ਨੂੰ ਹਜਮ ਹੋ ਜੂ ਕਿ ਜੀ ਪੜ੍ਹੀ ਨਹੀਂ? ਜਦੋਂ ਐਡਵੋਕੇਟ ਜਨਰਲ ਕੋਲ ਚਲੀ ਗਈ, ਉਹਨੇ ਅੱਗੇ ਸਰਕਾਰ ਨੂੰ ਭੇਜਤੀ। ਇਹ ਮੰਨਣਯੋਗ ਹੈ? ਸਰਕਾਰ ਅਜੇ ਤੱਕ ਉਸ ਰਿਪੋਰਟ ਤੇ ਬੈਠੀ ਹੈ। ਮੈਂ ਪੁੱਛਣਾ ਚਾਹਨਾ ਕਿਉਂ? ਵਾਈ? ਕੋਈ ਕਾਰਨ ਦੱਸੋ। ਇਸੇ ਕਰਕੇ ਕਹਿਣਾ ਵੀ ਸਾਰਵਜਨਿਕ ਕਰੋ, ਲੋਕਾਂ ਦੀ ਅਦਾਲਤ 'ਚ ਪੇਸ਼ ਕਰੋ, ਲੋਕਾਂ ਸਾਹਮਣੇ ਤੱਥ ਆਉਣ। ਫਿਰ ਤੁਸੀਂ ਅਫਸਰ ਲਾਤਾ, ਉਹਨੂੰ ਉਹਦਾ ਮੁਕਤ ਕਰਤਾ। ਕੀ ਇਨਾਮ ਦਿੱਤਾ? ਇਨਾਮ ਮਿਲਿਆ ਉਹਨੂੰ ਜਾਂ ਵਰਤ ਕੇ ਸੁੱਟਤਾ? ਚਲੋ ਜੀ, STF ਦੀ ਰਿਪੋਰਟ ਨਹੀਂ ਪੜ੍ਹਨੀ, ਫਿਰ ਤੁਸੀਂ ਭੋਲੇ ਦੀ ਆਵਾਜ਼ ਸੁਣ ਲਓ। ਨਹੀਂ ਸੁਣਨੀ ਜੀ, ਨਹੀਂ ਪੜ੍ਹਨੀ ਜੀ, ਨਹੀਂ ਪੜ੍ਹਨੀ, ਨਹੀਂ ਪੜ੍ਹਨਾ। ਫਿਰ ਤੁਸੀਂ ਭੋਲੇ ਦੀ ਆਵਾਜ਼ ਸੁਣ ਲਓ, ਜਿਹੜਾ ਕਹਿੰਦਾ ਜੀ ਮੈਨੂੰ ਫਲਾਨੇ ਫਲਾਨੇ ਨੇ ਇਹ ਕਰਨ ਲਾਇਆ, ਇਹ 'ਚ ਮੈਂ ਕੁਛ ਨਹੀਂ, ਬਾਜੀ ਵੱਡਾ ਆਕਾ ਤੇ ਉਹ ਸੀ। ਇਹ ਉਹ ਕਹਿੰਦਾ, ਫਿਰ ਤੁਸੀਂ ਉਹਨੂੰ ਅੰਦਰ ਦੇ ਰੱਖਿਆ। ਕਹਿਣ ਦੀ ਲੋੜ ਹੈ? ਭਾਈ ਜੇ ਤੁਸੀਂ ਭੋਲੇ ਦੀ ਨਹੀਂ ਸੁਣਨੀ ਤੇ ਬਿੱਟੂ ਔਲਖ ਦੀ ਸਟੇਟਮੈਂਟ ਸੁਣ ਲਓ ਭਾਈ। ਉਹ ਕੀ ਕਹਿੰਦਾ? ਉਹ ਵੀ ਤੇ ਇਹੀ ਕਹਿੰਦਾ ਹੈ। ਉਹ ਕਹਿੰਦਾ ਇਹਦੇ ਛੋਟੇ ਆ, ਐਵੇਂ ਹੀ ਬਹੁਤ ਥੱਲੜੇ ਲੈਵਲ ਤੇ ਆ। ਜਦੋਂ ਉੱਤੇ ਜਾ ਕੇ ਤੇ ਵੇਖੋ ਵੀ ਕਿਹਦੀ ਹਦਾਇਤ ਤੇ ਕੰਮ ਕਰਦੇ। ਫਿਰ ਤੁਸੀਂ ਰਿਪੋਰਟ ਪੜ੍ਹ ਕੇ ਵੇਖੋ, ਤੁਹਾਨੂੰ ਸਾਰਾ ਕੁਝ ਪੋਤੜੇ ਜਾਣਗੇ ਖੁੱਲ। ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਕਿ 2017 ਚ ਦੋ ਵੱਡੇ ਮੁੱਦਿਆਂ ਕਰਕੇ ਪੰਜਾਬ 'ਚ ਸਰਕਾਰ ਬਦਲੀ ਸੀ। ਸਰਕਾਰ ਬਦਲਣ ਦੇ 4 ਸਾਲ ਬਾਅਦ ਵੀ ਇਹ ਦੋਵੇਂ ਮੁੱਦੇ ਇਸੇ ਤਰ੍ਹਾਂ ਹੀ ਨੇ। ਦੋਵਾਂ 'ਚ ਕੁਝ ਵੀ ਨਹੀਂ ਬਦਲਿਆ, ਲੋਕਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ। ਨਵਜੋਤ ਸਿੱਧੂ ਨੇ ਇਲਜ਼ਾਮ ਲਗਾਇਆ ਕਿ STF ਦੀ ਰਿਪੋਰਟ ਤੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਉਧਰ ਸਰਕਾਰ ਬੇਅਦਬੀ ਮਾਮਲੇ ਨੂੰ ਵੀ ਗੰਭੀਰਤਾ ਨਾਲ ਨਹੀਂ ਲੈ ਰਹੀ। ਤੁਸੀਂ ਸੱਚ ਨੂੰ ਕਿਉਂ ਨਹੀਂ ਸੁਣਨਾ ਚਾਹੁੰਦੇ? ਤੁਸੀਂ ਰਿਪੋਰਟ ਨੂੰ ਕਿਉਂ ਨਹੀਂ ਦੇਖਣਾ ਚਾਹੁੰਦੇ? ਤਾਂ ਹੀ ਲੋਕਾਂ ਦਾ ਵਿਸ਼ਵਾਸ ਥੋਤੋਂ ਉੱਠਿਆ। ਹੁਣ ਆਉਣਾ ਮੈਂ ਪੰਜਾਬ ਦੇ ਇਨਸਾਫ ਦੇ ਸਭ ਤੋਂ ਅਹਿਮ ਮੁੱਦੇ ਦੇ ਉੱਤੇ, ਜੋ ਪੰਜਾਬ ਦੀ ਰੂਹ ਦੇ ਉੱਤੇ ਵਾਰ ਸੀ, ਆਤਮਾ ਤੇ ਆਗਾਜ਼ ਸੀ। ਗੁਰੂ ਸਾਹਿਬ ਦੀ ਬੇਅਦਬੀ ਦਾ ਮੁੱਦਾ ਕਦੇ ਨਾ ਭਰਨ ਵਾਲਾ, ਅਜੇ ਵੀ ਰਸਣ ਵਾਲਾ ਨਾਸੂਰ ਸਰਕਾਰ ਨੇ ਇਨਕੁਆਇਰੀ ਕਮਿਸ਼ਨ ਬਣਾਇਆ ਬਾਈ।
ਕਮਿਸ਼ਨ ਦੇ ਮੁਖੀ ਜਸਟਿਸ ਰਣਜੀਤ ਸਿੰਘ ਨਿਯੁਕਤ ਕੀਤੇ, ਰਿਟਾਇਰ। ਪੜਤਾਲ ਕਰਕੇ ਪ੍ਰਾਈਮਾ ਫਸ਼ਾਈ ਐਵੀਡੈਂਸ ਸਾਰੇ ਪੰਜਾਬੀਆਂ ਨੂੰ ਸਮਝਾ ਦਿਆਂ, ਜਿਹੜਾ ਦਿਖਦਾ ਹੈ ਉਹ ਸਬੂਤ। ਦੋਸ਼ੀਆਂ ਦੇ ਨਾਮ ਸਾਰਵਜਨਿਕ ਕਰਕੇ ਕਿਹਾ ਕਿ ਇਹਨਾਂ ਦੇ ਉੱਤੇ ਕੌਗਨਿਜ਼ੇਬਲ ਅਫੈਂਸ ਬਣਦਾ। ਕੌਗਨਿਜ਼ੇਬਲ, ਮੈਂ ਇੱਕ ਵਕੀਲ ਹਾਂ, ਕੌਗਨਿਜ਼ੇਬਲ ਅਫੈਂਸ ਉਹਦਾ ਮਤਲਬ ਕਿ ਬਹੁਤ ਸੀਰੀਅਸ ਕਿਸਮ ਦਾ ਦੋਸ਼ ਲੱਗਦਾ ਹੈ। ਸਮਝਾਉਂ, ਬਹੁਤ ਸੀਰੀਅਸ ਕਿਸਮ ਦਾ ਦੋਸ਼ ਲੱਗਦਾ ਵੀ ਦੋ ਬੰਦੇ ਮਰ ਗਏ ਤੇ ਕਾਸਿਆਂ ਦੇ ਚਾਰਾਂ ਪੰਜਾਂ ਦੇ ਗੋਲੀ ਵੱਜੀ ਹੈ। ਇਹ ਅਫੈਂਸ ਬਣਦਾ। ਪੰਜਾਬ ਵਿਧਾਨ ਸਭਾ ਦੇ ਵਿੱਚ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਬਾਈ ਜੀ। ਰਿਪੋਰਟ ਟੇਬਲ ਕੀਤੀ ਗਈ, ਸਾਰਵਜਨਿਕ ਹੋ ਗਈ। ਜਿਹੜੀ ਟੇਬਲ ਹੋ ਗਈ ਲੋਕਾਂ ਦੇ ਨੁਮਾਇੰਦਿਆਂ ਚ ਆ ਗਈ, 2-2 ਲੱਖ ਦਾ ਇੱਕ ਬੰਦਾ ਨੁਮਾਇੰਦਾ ਹੈ, ਉਹ ਸਾਰਵਜਨਿਕ ਹੋ ਗਈ। ਰਿਪੋਰਟ ਪਬਲਿਕ ਕਰਤੀ। ਜਿਨ੍ਹਾਂ ਤੇ ਦੋਸ਼ ਲੱਗੇ ਸੀ ਉਹਦੇ ਮੈਦਾਨ ਛੱਡ ਕੇ ਭੱਜ ਗਏ, ਵਿਧਾਨ ਸਭਾ ਚੋਂ ਹੀ ਭੱਜ ਗਏ। ਤੁਹਾਨੂੰ ਪਤਾ, ਪਰ ਸਾਰੀ ਦੁਨੀਆ ਨੇ ਦੇਖਿਆ, ਲਾਈਵ ਚੱਲਿਆ ਉਹ, ਸਾਰੀ ਦੁਨੀਆ ਨੇ ਦੇਖਿਆ। ਮੇਰੇ ਜਗਤ ਗੁਰੂ, ਦੁਨੀਆ ਦੇ ਗੁਰੂ, ਸ੍ਰਿਸ਼ਟੀ ਦੇ ਮਾਲਕ ਦੇ ਬਾਰੇ 100 ਐਮਐਲਏ ਨੇ ਕੀ ਕਿਹਾ, ਇਕੱਠੇ ਹੋ ਕੇ, ਇਕਮੁੱਠ ਇਕਜੁੱਟ ਹੋ ਕੇ ਕੀ ਕਿਹਾ। ਨਾਮ ਲੈ ਲੈ ਕੇ ਪੁਲਿਸ ਵਾਲਿਆਂ ਦੇ ਸਾਜ਼ਿਸ਼ ਬੇਨਕਾਬ ਕੀਤੀ ਔਰ ਕਿਆ ਕਾਰਵਾਈ ਕਰੋ, ਰੈਜ਼ੋਲੂਸ਼ਨ ਪਿਆ। ਕੋਈ ਸ਼ੱਕ? ਰੈਜ਼ੋਲੂਸ਼ਨ ਪਿਆ। ਫਿਰ ਮੈਂ ਪੁੱਛਦਾ, ਉਸ ਤੋਂ ਬਾਅਦ ਇਨਵੈਸਟੀਗੇਸ਼ਨ ਏਜੰਸੀ ਕੌਣ ਹੈ ਭਾਈ? ਕੌਣ ਹੈ ਇਨਵੈਸਟੀਗੇਸ਼ਨ ਏਜੰਸੀ? ਇਹ ਸਟੇਟ ਸਬਜੈਕਟ ਹੈ। ਇਨਵੈਸਟੀਗੇਸ਼ਨ ਏਜੰਸੀ ਸਟੇਟ ਹੈ, ਪੰਜਾਬ ਸਰਕਾਰ ਹੈ। ਪੰਜਾਬ ਦੇ ਲੋਕਾਂ ਨੂੰ ਕੋਈ ਸਮਝਾ ਦੇ, ਕੋਈ, ਮੈਂ ਕਹਿੰਦਾ ਕੋਈ ਸਮਝਾ ਦੇ ਕਿ FIR ਦੇ ਵਿੱਚ ਕਿਸੇ ਦਾ ਨਾਮ ਕਿਉਂ ਨਹੀਂ? FIR ਅਣਪਛਾਤਿਆਂ ਤੇ ਕਿਉਂ? ਗੋਲੀ ਕਾਂਡ ਦੇ ਵਿੱਚ ਪੁਲਿਸ ਵਾਲੇ ਕੌਣ ਸੀ? ਬਾਈ ਜੀ ਚੁੱਪ। ਗੋਲੀ ਕਾਂਡ 'ਚ ਪੁਲਿਸ ਵਾਲੇ ਕੌਣ ਸੀ? ਹੁਕਮ ਦੇਣ ਵਾਲੇ ਕੌਣ ਸੀ? ਨਿੱਕੇ ਨਿਆਣਿਆਂ ਨੂੰ ਵੀ ਪਤਾ ਨਹੀਂ? ਪਤਾ? ਚੁਣੇ ਨੁਮਾਇੰਦਿਆਂ ਨੂੰ ਪਤਾ ਹੈ। ਪੰਜਾਬ ਦੇ ਲੋਕਾਂ ਨੂੰ ਪਤਾ ਹੈ। ਕਿਉਂ? ਕਿਉਂਕਿ ਕਮਿਸ਼ਨ ਨੇ ਪ੍ਰਾਈਮਾ ਫਸ਼ਾਈ ਐਵੀਡੈਂਸ ਦਿੱਤਾ ਔਰ ਕਹਿਤਾ ਕਿ ਕੌਗਨਿਜ਼ੇਬਲ ਅਫੈਂਸ ਬਣਦਾ ਹੈ ਤੇ ਗੁਨਾਹਗਾਰਾਂ ਦੇ ਨਾਮ ਦਿੱਤੇ ਹੈ। और की है, करो कार्रवाई। ਜਦੋਂ जुर्म आइडेंटिफाई हो गया, जुर्म ਕਰਨ ਵਾਲੇ आइडेंटिफाई हो गए, ਫਿਰ जुर्म ਕਰਨ ਵਾਲਿਆਂ ਦੇ ਨਾਂ ਕਿਉਂ ਨਹੀਂ ਦਿੰਦੇ ਭਾਈ? ਤੁਸੀਂ ਚਾਰਜਸ਼ੀਟ ਕਿਉਂ ਨਹੀਂ ਦਿੱਤੀ? ਮੈਂ ਕਿਹਾ ਅੱਜ ਘਰ ਕੋਈ ਚੀਜ਼ ਕਰੋ, ਦੇਖੋ ਟੱਕਦੇ ਨੇ, ਕਾਬਲ ਪੁਲਿਸ ਹੈ,
ਮੈਂ ਉੱਥੇ ਵਿਧਾਨ ਸਭਾ ਦੇ ਵਿੱਚ ਵੀ ਇਹ ਜਿਹੜੀ ਚੇਨ ਆਫ ਕਮਾਂਡ ਹੈ, ਹਾਇਰਕੀ, ਸਭ ਤੋਂ ਉੱਤੇ ਕੌਣ ਹੁੰਦਾ ਹੈ ਤੇ ਫਿਰ ਇੱਕ ਚੇਨ ਆਫ ਕਮਾਂਡ ਹੁੰਦੀ ਹੈ। ਮੈਂ ਜਿੱਥੇ ਸਿਰਾ ਲੱਗਦਾ ਹੈ, ਜਿੱਥੇ ਗੱਲ ਮੁੱਕਦੀ ਹੈ, ਸੁਣ ਲਿਓ, ਔਰ ਉੱਪਰ इंस्पेक्टर और ऊपर, आईजी कहना और ऊपर ते और ऊपर। फिर मैं उस कमांड सेंटर का आखिरी कड़ी जोड़ी सी, डीजीपी ते चीफ मिनिस्टर प्रकाश सिंह बादल साहब की गलबात रात को 2:30 बजे, 2 फोन। कोई शक रह गया? कोई शक रह गया? फिर थोड़ी FIR दे विच किसी पोलिटिकल बंदे दे उत्ते चार्जशीट क्यों नहीं पाई? मैं बड़ा सब्र नाल देखिया, जब तक एंड तक पहुंची नहीं गल तब तक मैं बोलिया नहीं। ते मैं मकसद नाल गया सी उत्थे गुरुद्वारा गुरजवार सिंह साहब, वो कड़ी का पहला हिस्सा सी, अज दूजा जोड़दा चलिया जाऊँ। और मैं कह के पहली लाइन बोली सी, मैं सारी साजिश बेनकाब कर दूँ। भाई जी, सारिਆਂ ਤੋਂ ਵੱਡਾ सवाल पंजाब ਦੇ सामने की है कि वो डिसीजन मेकर ਦਾ नाम कित्थे है, ਉਹਦਾ नाम क्यों नहीं? क्योंकि ਜਦੋਂ ਤੁਸੀਂ ਅਣਪਛਾਤਿਆਂ ਦੇ ਉੱਤੇ FIR ਦਿੰਦੇ ਹੋ, ਕਿਸੇ ਵੀ ਕਾਨੂੰਨਕਾਰ ਨੂੰ ਪੁੱਛ ਲਓ, ਮੇਰੇ ਫਾਦਰ ਤੇ ਐਡਵੋਕੇਟ ਜਨਰਲ ਰਹੇ, ਸਰਦਾਰ ਦਰਬਾਰਾ ਸਿੰਘ ਦੀ ਮਿਨਿਸਟਰੀ 'ਚ ਐਡਵੋਕੇਟ ਜਨਰਲ ਸੀ ਉਹ। ਕਿਸੇ ਕਾਨੂੰਨਕਾਰ ਨੂੰ ਪੁੱਛ ਲਓ ਕਿ ਜਦੋਂ ਤੁਸੀਂ ਮੁਜਰਮ ਨੂੰ ਪ੍ਰੋਟੈਕਸ਼ਨ ਦੇਣੀ ਹੁੰਦੀ ਹੈ, ਜਦੋਂ ਉਹਦੇ ਤੇ ਸੁਰੱਖਿਆ ਕਵਚ ਪਾਉਣਾ ਹੁੰਦਾ ਤੇ ਤੁਸੀਂ ਉਹਦਾ ਨਾਮ ਨਹੀਂ ਦਿੰਦੇ FIR 'ਚ, ਅਣਪਛਾਤਿਆਂ ਤੇ ਪਾ ਦਿੰਦੇ। ਉਹਦੇ ਕਾਰਨ ਇਹ ਨੇ, ਸਾਰਾ ਪੰਜਾਬ ਸੁਣੇ, मामला मेरे गुरु का है और मेरे वर्गे खरबां दा, कोई नफे नुकसान नहीं इत्थे। जदों तुसी अणपछातिਆਂ ते दिंदे हो, अरेस्ट नहीं पैंदी। ते जदों तुसी कोक करके प्राइमा फेशियाई एविडेंस लैके तुसी FIR च नाम पाउंदे हो, ਤੇ ਫਿਰ ਜਦੋਂ ਕੌਗਨੀਜ਼ੇਬਲ ਅਫੈਂਸ ਬਣਦਾ ਜੀ ਤੇ 7 ਸਾਲ ਤੋਂ ਉੱਤੇ ਦੀ ਕੈਦ ਹੈ, ਅਰੈਸਟ ਪੈਂਦੀ ਹੈ, ਠਾਂ ਕਰਦੀ, ਕਾਰਵਾਈ ਅੰਜਾਮ ਤੱਕ ਪਹੁੰਚਦੀ ਹੈ। ਇੱਥੇ ਸਾਰੀ ਤੁਹਾਡੀ ਦੇਖੋ ਕਾਨੂੰਨ ਚੱਲਦਾ ਹੈ ਇੰਟੈਂਸ਼ਨ ਤੇ, ਕਾਨੂੰਨ ਚੱਲਦਾ ਮੋਟਿਵ ਤੇ। ਇਹ ਕੀ ਇੰਟੈਂਟ ਸੀ ਭਾਈ? ਮੈਂ ਵਕੀਲਾਂ ਤੇ ਵੀ ਆਉਂ, इंटेंट सी कि तुसी केस दी बुनियाद धरी होई नहीं। जाओ किसी वकील नु पुछ लो भी किसी केस दी बुनियाद की हुंदी है, वो कहूगा कि बुनियाद फर्स्ट इंफॉर्मेशन रिपोर्ट है, FIR। तुसी बुनियाद ही नहीं रखी, तुसी हवा च ही रखा सब कुछ। भी किसी दे कनेड़े चलाती, कदे बंदूक, कदे किसी दे लमका दिओ। भाई जी, मेरी लड़ाई अज भी सिस्टम नाल है जिहड़ा सानू फेल कर रहा है। जे निजी हुंदी ते गल ही काहदी सी? ये सिस्टम है, वो ये फेलियर का प्रतीक है। ये साफ दर्शाउंदा कि थोड़ी इंटेंट की है। इंटेंट, मनसूबा, मनशा, सारा समझाऊं। फिर भाई जी, जदों बुनियाद ही है नहीं, नाम ही है नहीं, फिर लै आओ किड्डे तो किड्डा वड्डा वकील, वो की कर लू? वो की कर लू?
ਬਗੈਰ ਬੁਨਿਆਦ ਕਿਵੇਂ ਖੜੀ ਕਰੋਗੇ? ਇਮਾਰਤ ਢਹਿ ਜੂ। ਪਰ ਫਿਰ ਵੀ ਪੰਜਾਬ ਸਰਕਾਰ, ਚਲੋ ਸਰਕਾਰ ਭਾਈ ਜੀ, ਸਰਕਾਰ ਜਿਹਦੇ ਵਕਾਰ ਤੇ ਸਵਾਲ, ਸਰਕਾਰ ਦਾ ਵਕਾਰ, ਉਹਦੀ ਇੰਟੈਂਟ ਨਾਲ, ਲੁੱਕਾ ਛਿਪੀ ਨਾਲ ਨਹੀਂ, ਲੁੱਕਾ ਛਿਪੀ ਖੇਲੇ ਜਾਓ ਨਾ, ਹੁਣ ਨਹੀਂ ਉਹ ਚੱਲਣਾ। ਹੁਣ ਤੇ ਇੰਟੈਂਟ ਹੈ। ਤੁਹਾਡੇ ਮੁਕੱਦਮਿਆਂ ਦੇ ਵਿੱਚ ਮੁਕੁਲ ਰੋਹਤਗੀ, ਚਿਦੰਬਰਮ ਸਾਹਿਬ, ਨਾਮੀ ਗ੍ਰਾਮੀ ਹੈ ਜੀ, ਦੁਸ਼ਯੰਤ ਦਵੇ ਸਾਹਿਬ ਦਾਵਾ ਪੇਸ਼ ਕਰਦੇ ਰਹੇ। ਦਾਵਾ ਦਵੇ ਤੇ ਗੁਰੂ ਸਾਹਿਬ ਆਦਿ ਅਨੰਤ, ਜਿਨ੍ਹਾਂ ਤੋਂ ਵੱਡੀ ਅਹਿਮੀਅਤ ਪੰਜਾਬ ਜਿਉਂਦਾ ਹੀ ਉਹਨਾਂ ਦੇ ਨਾਮ ਤੇ ਉਹਨਾਂ ਦੇ ਕੇਸ ਦੇ ਵਿੱਚ ਐਡਵੋਕੇਟ ਜਨਰਲ ਪੇਸ਼ ਨਹੀਂ ਹੁੰਦਾ। ਚਲੋ ਵੱਡੇ ਵਕੀਲਾਂ ਨੇ ਤਾਂ ਗੱਲ ਹੀ ਛੱਡੀ, ਕੀ ਕਹਿਣ ਦੀ ਲੋੜ ਹੈ ਕੁਛ? ਹੈ ਜੀ, ਕਿ ਇਨਵੈਸਟੀਗੇਸ਼ਨ ਏਜੰਸੀ ਨੂੰ ਇਹ ਪਤਾ ਨਹੀਂ ਸੀ ਵੀ FIR ਕਿਵੇਂ ਹੋ ਰਹੀ ਹੈ? ਭਾਈ ਜੀ 2015 ਚ ਲੈ ਲਓ, 2015 ਤੇ ਵੀ FIR ਅਣਪਛਾਤਿਆਂ ਦੇ ਨਾਂ, ਜੇ ਨਾ ਪਾਏ ਤੇ ਜਿਨ੍ਹਾਂ ਤੇ ਤਸ਼ੱਦਦ ਹੋਈ ਉਹਨਾਂ 14 ਬੰਦਿਆਂ ਦੇ ਪਾਤੇ। ਪੰਥਪ੍ਰੀਤ ਹੋਣੀ, ਨਾਲੇ ਖਦੇੜਿਓ ਤੁਸੀਂ ਉਹਨਾਂ ਨੂੰ, ਵਾਹਿਗੁਰੂ ਵਾਹਿਗੁਰੂ ਕਰਦਿਆਂ ਨੂੰ, ਗੁਰੂ ਦੇ ਇਨਸਾਫ ਮੰਗਦਿਆਂ ਨੂੰ, ਨਾਲੇ ਉਹਨਾਂ ਦੇ ਗੋਲੀਆਂ ਭਰਾਓ, ਨਾਲੇ ਉਹਨਾਂ ਤੇ FIR ਪਾਓ। ਜੇ ਤੁਸੀਂ FIR ਪਾਉਂਦੇ ਹੋ, ਕ੍ਰੋਸ FIR ਪੈਂਦੀ ਹੈ ਤੇ ਦੋਨੇ ਪਾਸੇ ਪੈਂਦੀ ਹੈ। ਤਸ਼ੱਦਦ ਕਰਨ ਵਾਲਿਆਂ ਤੇ, ਪੁਲਿਸ ਵਾਲਿਆਂ ਤੇ, ਜੁਰਮ ਕਰਨ ਵਾਲਿਆਂ ਤੇ ਕੋਈ FIR ਨਹੀਂ ਅਣਪਛਾਤੇ। ਜਿਨ੍ਹਾਂ ਦੇ ਹੋ ਰਹੀ ਹੈ ਉਹਨਾਂ ਦੇ ਨਾਂ ਲੈ ਕੇ ਉਹਨਾਂ ਤੇ FIR ਕਿਉਂ ਬਈ? ਰੋਟੀ ਨੂੰ ਚੋਚੀ ਕਹਿੰਦੇ ਆ ਅਸੀਂ। ਸਬਰ ਕੀਤਾ ਪੂਰਾ, ਕੋਈ ਇਹ ਨਾ ਕਹੇ ਵੀ ਮੌਕਾ ਨਹੀਂ ਮਿਲਿਆ। ਪਰ ਬਾਈ ਜੀ, ਮੈਂ ਸਿੱਟ ਦੀ ਰਿਪੋਰਟ ਸਾਰਵਜਨਿਕ ਕਰਨ ਨੂੰ ਕਿਉਂ ਕਹਿਣਾ? ਮੈਂ STF ਦੀ ਰਿਪੋਰਟ ਸਾਰਵਜਨਿਕ ਕਰਨ ਨੂੰ ਕਿਉਂ ਕਹਿਣਾ? ਕਿਉਂਕਿ ਜਸਟਿਸ ਰਣਜੀਤ ਸਿੰਘ ਦੀ ਜਦੋਂ ਰਿਪੋਰਟ ਸਾਰਵਜਨਿਕ ਹੋਈ, ਮੈਂ ਉੱਥੇ ਪਹਿਲਾ ਬੰਦਾ ਜਿਹਨੇ ਜਾ ਕੇ ਕਿਹਾ ਹੈ ਸੱਚ ਸਾਹਮਣੇ ਆਊ, ਇੰਟੈਂਟ ਸਾਹਮਣੇ ਆਊ, ਮੋਟਿਵ ਸਾਹਮਣੇ ਆਊ, ਮਨਸ਼ਾ ਮਨਸੂਬਾ ਸਭ ਸਾਹਮਣੇ ਆਊ ਪੰਜਾਬ ਦੇ ਲੋਕਾਂ ਦੇ, ਤੇ ਫੈਸਲਾ ਕਰਨ ਵਾਲਾ ਕੌਣ ਹੈ? ਭਾਈ ਗੁਰੂ ਦੀ ਅਦਾਲਤ ਕਿੱਥੇ ਹੈ? ਮੈਂ ਤੇ ਉਸ ਅਦਾਲਤ ਨੂੰ ਜਵਾਬ ਦਈ ਹਾਂ, ਆਤਮਾ ਦੀ ਅਦਾਲਤ ਖੜ ਕੇ ਗੱਲ ਕਰਨਾ। ਉਹ ਅਦਾਲਤ ਲੋਕਾਂ ਦੀ ਹੈ ਬਾਈ ਜੀ, ਲੋਕ ਫੈਸਲਾ ਕਰ ਰਹੇ ਹੈ, ਦੇਖ ਲਓ ਕਰ ਰਹੇ। ਕਿਸੇ ਪੋਲੀਟੀਸ਼ੀਅਨ ਦੇ ਵਾਸਤੇ ਇਸ ਤੋਂ ਵੱਡੀ ਸਜ਼ਾ ਹੈ ਕਿ ਉਹ ਘਰੋਂ ਬਾਹਰ ਨਾ ਨਿਕਲ ਸਕੇ, ਕੰਧਾਂ ਟੱਪ ਕੇ ਭੱਜੇ, ਗੁਰੂ ਘਰ ਜਾਵੇ ਔਰ ਗੁਰੂ ਘਰ 'ਚ 30-40 ਹਜ਼ਾਰ ਦੀ ਸੰਗਤ ਕਹੇ ਮੁਰਦਾਬਾਦ। ਨਿੱਕੇ ਬੱਚੇ, ਮਾਤਾਵਾਂ, ਮੇਰੀਆਂ ਭੈਣਾਂ। ਨਵਜੋਤ ਸਿੱਧੂ ਨੇ ਸਪਸ਼ਟ ਕੀਤਾ ਕਿ ਉਹਨਾਂ ਦੀ ਲੜਾਈ ਨਿੱਜੀ ਨਹੀਂ ਸਗੋਂ ਸਿਸਟਮ ਨਾਲ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇੱਛਾ ਇਨਸਾਫ ਵਾਲੀ ਨਹੀਂ ਹੈ। ਸਰਕਾਰ ਨੂੰ ਚਾਹੀਦਾ ਸੀ ਕਿ FIR ਵਿੱਚ ਪਹਿਲਾਂ ਤਾਂ ਅਣਪਛਾਤੇ ਦੀ ਥਾਂ ਬਕਾਇਦਾ ਨਾਮ ਉੱਤੇ ਪਰਚੇ ਦਰਜ ਹੋਣੇ ਚਾਹੀਦੇ ਸੀ। ਇਸ ਤੋਂ ਇਲਾਵਾ SIT ਦੀ ਜਾਂਚ ਰਿਪੋਰਟ ਜਨਤਕ ਕੀਤੀ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਸਾਹਮਣੇ ਸੱਚ ਆ ਸਕੇ। ਤੇ ਮੈਂ ਅੱਜ ਠੋਕ ਕੇ ਕਹਿਣਾ, ਉਸ ਗੁਰੂ ਦੀ ਵਫਾ ਨਾਲ ਕਹਿਣਾ, ਐਵੇਂ ਨਹੀਂ ਮੈਂ ਕਹਿੰਦਾ ਕੁੱਕਰ, ਉਸ ਦਰ ਦਾ ਕੁੱਕਰ 'ਚ ਵਫਾ ਹੁੰਦੀ ਹੈ ਮਿੱਤਰੋ, ਵਫਾ ਉਦੋਂ ਵੱਡੀ ਕੋਈ ਕੁਆਲਿਟੀ। ਮੈਂ ਕਹਿਣਾ ਕਿ ਨਾ ਉਹ ਲੱਭੇ, ਜਿਸ ਸਿਸਟਮ ਨੇ ਪਰਦੇ ਪਾਏ ਆ ਉਹਦਾ ਚਕਨਾਚੂਰ ਹੋਣਾ ਸੀ, ਇਸੇ ਕਰਕੇ ਇਹ ਹੋਇਆ। ਉਹ ਚਕਨਾਚੂਰ ਹੋਊਗਾ, ਔਰ ਜਿਹੜੇ ਕੱਪੜੇ ਵੀ ਪਾਉਂਦੇ ਆ ਲੱਭਣੇ ਉਹ ਵੀ ਨਹੀਂ। ਆ ਗਿਆ ਸਮਾਂ, ਆ ਗਿਆ ਸਮਾਂ।
ਬਾਜੀ ਅਸੀਂ ਤੇ ਜ਼ਰਰੇ ਵੀ ਨਹੀਂ ਬ੍ਰਹਮਾਂਡ ਦੇ ਮਾਲਿਕ ਆਦੀ ਅਨੰਤ ਸਾਡੀ ਤੇ ਜ਼ਰਰੇ ਦੀ ਔਕਾਤ ਨਹੀਂ ਨਾ ਹੈ ਜੀ। ਮੈਂ ਸਿੱਟ ਦੇ ਉੱਤੇ ਤਦ ਕੋਈ ਟਿੱਪਣੀ ਕਰੂੰ ਜਦੋਂ ਸਿੱਟ ਦੀ ਰਿਪੋਰਟ ਮੇਰੇ ਕੋਲ ਹੋ। ਇਨਵੈਸਟੀਗੇਸ਼ਨ ਏਜੰਸੀ ਦੇ ਪਾਰਟ ਐਂਡ ਪਾਰਸਲ ਸਾਰੇ FIR ਕਰਾਉਣ ਵਾਲੇ। ਜਿੱਦਣ ਸਿੱਟ ਦੀ ਰਿਪੋਰਟ ਮੇਰੇ ਹੱਥ 'ਚ ਹੋਊ ਤੇ ਮੈਂ ਟਿੱਪਣੀ ਕਰੂੰ ਬਾਈ ਜੀ। ਮੈਂ ਕਿਤਾਬ ਦਾ ਕਵਰ ਦੇਖ ਕੇ ਉਹਦੇ ਬਾਰੇ ਅੰਦਾਜ਼ੇ ਨਹੀਂ ਲਾ ਸਕਦਾ। ਮੈਂ ਤੇ ਪੜੂ ਤੇ ਫਿਰ ਪਿਛਲੇ ਇੰਨਿਆਂ ਸਾਲਾਂ ਤੋਂ ਪੰਜਾਬ 'ਚ ਕਿੰਨੀਆਂ ਕੁ ਸਿੱਟਾਂ ਬਣ ਗਈਆਂ, ਕੀ ਸਿੱਟਾ ਨਿਕਲਿਆ, ਇਹ ਮੇਰਾ ਅਨੁਭਵ ਹੈ। ਉਹ ਕਿੰਨੀਆਂ ਸਿੱਟਾਂ ਬਣ ਗਈਆਂ, ਕੀ ਸਿੱਟਾ ਨਿਕਲਿਆ। ਪੰਜਾਬ ਦੇ ਵਿੱਚ ਸਿੱਟ ਦਾ ਮਤਲਬ ਹੈ ਸਿੱਟ ਡਾਊਨ, ਬਹਿ ਜਾਓ ਓਏ ਚੁੱਪ ਕਰਕੇ, ਇਹ ਮਤਲਬ ਹੈ ਸਿੱਟ ਦਾ। ਜਾਓ ਸਿੱਧੂ ਕਹਿੰਦਾ ਗਲਤ ਪ੍ਰੂਫ ਬਾਈ ਜੀ। ਗੱਲ ਤੱਥਾਂ ਦੇ ਆਧਾਰ ਤੇ ਕੀਤੀ। ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ बैर। ਸਿੱਧੂ ਨੇ ਹਮੇਸ਼ਾ ਮੰਗੀ ਪੰਜਾਬ ਦੀ ਖੈਰ ਤੇ ਪੰਜਾਬ ਦੀ ਰੂਹ ਮੇਰਾ ਗੁਰੂ ਹੈ ਜੀ ਤੋਂ ਸੇਧ ਲੈਂਦੇ ਆ। ਤੇ ਆਮ ਬੰਦਾ ਪੁੱਛਦਾ ਹੈ ਕਿ ਜੇ ਅਸੀਂ ਉਹਦੇ ਨਾਲ ਨਹੀਂ ਖੜ ਸਕਦੇ, ਉਹਦੇ ਇਨਸਾਫ ਦੇ ਉੱਤੇ ਰਾਜਨੀਤੀ ਕਰਦੇ ਆ, ਤੇ ਅਸੀਂ ਕਿੱਥੇ ਖੜੇ ਬਾਈ ਜੀ, ਕਿੱਥੇ ਖੜੇ। ਦੱਸ ਦੇਈਏ ਕਿ ਕਾਂਗਰਸੀ ਵਿਧਾਇਕ ਹੀ ਹੁਣ ਕੈਪਟਨ ਸਰਕਾਰ ਤੇ ਸਵਾਲ ਖੜੇ ਕਰ ਰਹੇ ਨੇ। ਉਹਨਾਂ ਵੱਲੋਂ ਬੇਅਦਬੀ ਮਾਮਲੇ 'ਚ ਸਿੱਖ ਸੰਗਤ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮਾਮਲੇ ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਅਹਿਮ ਮੀਟਿੰਗ ਵੀ ਸੱਦੀ ਗਈ ਹੈ। ਫਿਲਹਾਲ ਹੁਣ ਦੇਖਣਾ ਹੋਵੇਗਾ ਕਿ ਕੈਪਟਨ ਸਰਕਾਰ ਵੱਲੋਂ 2022 ਦੀਆਂ ਚੋਣਾਂ ਤੋਂ ਪਹਿਲਾਂ ਬੇਅਦਬੀ ਦਾ ਮਾਮਲਾ ਹੱਲ ਕੀਤਾ ਜਾਂਦਾ ਹੈ ਜਾਂ ਫਿਰ ਨਹੀਂ। ਪਟਿਆਲਾ ਤੋਂ ਅਮਰਜੀਤ ਸਿੰਘ, ਪੰਜਾਬੀ ਲੋਕ ਚੈਨਲ।